ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੱਚਿਓ, ਅੱਜ ਮੈਂ ਤੁਹਾਡੇ ਨਾਲ ਮਨ ਦੀ ਇਕਾਗਰਤਾ ਨਾਲ ਸੰਬੰਧਿਤ ਗੱਲਬਾਤ ਕਰਨ ਜਾ ਰਹੀ ਹਾਂ। ਮਨ ਦੀ ਇਕਾਗਰਤਾ ਦਾ ਅਰਥ ਹੈ ਸਾਡੇ ਮਾਈਂਡ ਦੀ ਕੌਨਸੈਂਟਰੇਸ਼ਨ, ਅਤੇ ਅੱਜ ਅਸੀਂ ਇਹਦੇ ਉੱਪਰ ਵਿਚਾਰ ਕਰਾਂਗੇ ਕਿ ਇਕਾਗਰਤਾ ਦੀ ਸਾਨੂੰ ਜੀਵਨ ਦੇ ਵਿੱਚ ਕਿਉਂ ਲੋੜ ਹੁੰਦੀ ਹੈ। ਬੱਚਿਓ, ਮਨੁੱਖੀ ਜੀਵਨ ਵਿੱਚ ਇਕਾਗਰਤਾ ਦਾ ਬਹੁਤ ਮਹੱਤਵ ਹੈ। ਇਕਾਗਰਤਾ ਤੋਂ ਭਾਵ ਹੋਰ ਗੱਲਾਂ ਵੱਲ ਧਿਆਨ ਨਾ ਲਗਾਉਂਦੇ ਹੋਏ ਮਿੱਥੇ ਗਏ ਉਦੇਸ਼ 'ਤੇ ਧਿਆਨ ਕੇਂਦਰਿਤ ਕਰਨਾ, ਭਾਵ ਜਿਹੜੀ ਗੱਲ ਤੁਸੀਂ ਆਪਣੇ ਮਨ ਵਿੱਚ ਠਾਣੀ ਹੈ ਕਿ ਤੁਸੀਂ ਇਸ ਉਦੇਸ਼ ਦੀ ਪ੍ਰਾਪਤੀ ਲਈ ਯਤਨ ਕਰਨਾ ਹੈ, ਉਹਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਆਪਣੇ ਧਿਆਨ ਨੂੰ ਇੱਕ ਜਗ੍ਹਾ 'ਤੇ ਕੇਂਦਰਿਤ ਕਰਕੇ ਆਪਣੇ ਯਤਨ ਕਰਨਾ। ਜੀਵਨ ਵਿੱਚ ਹਰੇਕ ਮਕਸਦ ਦੀ ਪ੍ਰਾਪਤੀ ਲਈ ਇਕਾਗਰਤਾ ਬਹੁਤ ਜ਼ਰੂਰੀ ਹੈ। ਬੱਚਿਓ, ਮਹਾਂਪੁਰਖਾਂ ਦੀਆਂ ਜੀਵਨੀਆਂ ਵੱਡੀਆਂ ਵੱਡੀਆਂ ਕਾਢਾਂ ਇਕਾਗਰਤਾ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਹਰੇਕ ਯੁੱਗ ਵਿੱਚ ਜੇ ਵਿਦਵਾਨ ਲੋਕਾਂ ਨੇ ਇਕਾਗਰਤਾ ਨਾਲ ਕੰਮ ਨਾ ਕੀਤੇ ਹੁੰਦੇ ਤਾਂ ਸ਼ਾਇਦ ਅਸੀਂ ਅੱਜ ਵੀ ਜਾਨਵਰਾਂ ਵਾਂਗ ਗੁਫਾਵਾਂ ਵਿੱਚ ਹੀ ਰਹਿੰਦੇ ਹੁੰਦੇ। ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀ ਵੀ ਤਰੱਕੀ ਮਨੁੱਖ ਨੇ ਕੀਤੀ ਹੈ, ਉਹਦੇ ਪਿੱਛੇ ਮਨ ਦੀ ਇਕਾਗਰਤਾ ਹੀ ਕੰਮ ਕਰਦੀ ਹੈ। ਅੱਜ ਕੱਲ੍ਹ ਵੀ ਬੱਚਿਆਂ ਨੂੰ ਧਿਆਨ ਕੇਂਦਰਿਤ ਕਰਨ ਲਈ ਇਕਾਗਰਤਾ ਦੀ ਬਹੁਤ ਲੋੜ ਹੈ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਕਈ ਸੁਸਤ ਅਤੇ ਢਿੱਲੜ ਬੱਚੇ ਹਮੇਸ਼ਾ ਇਹ ਸੋਚਦੇ ਹਨ ਕਿ ਉਹਨਾਂ ਨੂੰ ਰੱਬ ਨੇ ਵਧੀਆ ਦਿਮਾਗ ਨਹੀਂ ਦਿੱਤਾ, ਕਿਉਂਕਿ ਜਮਾਤ ਵਿੱਚ ਅਧਿਆਪਕ ਦਾ ਪੜ੍ਹਾਇਆ ਉਹਨਾਂ ਦੇ ਪੱਲੇ ਹੀ ਨਹੀਂ ਪੈਂਦਾ। ਜੋ ਕੁਝ ਉਹ ਸੁਣਦੇ ਹਨ, ਯਾਦ ਕਰਦੇ ਹਨ, ਉਹ ਭੁੱਲ ਜਾਂਦੇ ਹਨ। ਉਹ ਵਧੀਆ ਨੰਬਰ ਨਹੀਂ ਲੈ ਸਕਦੇ। ਉਹ ਹੁਸ਼ਿਆਰ ਬੱਚਿਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ, ਭਾਵ ਹੁਸ਼ਿਆਰ ਬੱਚਿਆਂ ਦੀ ਕੈਟੇਗਰੀ ਵਿੱਚ ਨਹੀਂ ਆਉਂਦੇ। ਇਹ ਉਹਨਾਂ ਦੀ ਬਹੁਤ ਵੱਡੀ ਭੁੱਲ ਹੁੰਦੀ ਹੈ, ਕਿਉਂਕਿ ਕੁਦਰਤ ਨੇ ਤਾਂ ਸਭ ਦੇ ਦਿਮਾਗ ਬੜੇ ਵਧੀਆ ਬਣਾਏ ਹਨ। ਲੋੜ ਹੈ ਤਾਂ ਸਿਰਫ ਇਹਨਾਂ ਦੀ ਸਹੀ ਵਰਤੋਂ ਕਰਨ ਦੀ। ਸੋ ਬੱਚਿਓ, ਅਸੀਂ ਆਮ ਹੀ ਵੇਖਦੇ ਹਾਂ ਕਿ ਇੱਕ ਅਧਿਆਪਕ ਦੇ ਜਮਾਤ ਵਿੱਚ ਪੜ੍ਹਾਉਂਦੇ ਸਮੇਂ ਕਈ ਬੱਚੇ ਟਿਕਟਿਕੀ ਲਾ ਕੇ ਵੇਖਦੇ ਰਹਿੰਦੇ ਹਨ। ਟਿਕਟਿਕੀ ਦਾ ਮਤਲਬ ਹੈ ਕਿ ਉਹ ਲਗਾਤਾਰ ਅਧਿਆਪਕ ਵੱਲ ਵੇਖਦੇ ਤਾਂ ਰਹਿੰਦੇ ਹਨ, ਪਰ ਅਧਿਆਪਕ ਨੇ ਕੀ ਕਿਹਾ, ਕੀ ਪੜ੍ਹਾਇਆ, ਕੀ ਪੁੱਛਿਆ, ਇਸ ਬਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ, ਕਿਉਂਕਿ ਉਹ ਸਰੀਰਕ ਤੌਰ 'ਤੇ ਭਾਵ ਫਿਜ਼ੀਕਲ ਤਾਂ ਜਮਾਤ ਵਿੱਚ ਹਾਜ਼ਰ ਹੁੰਦੇ ਹਨ, ਪਰ ਮਾਨਸਿਕ ਤੌਰ 'ਤੇ ਭਾਵ ਮੈਂਟਲੀ ਉਹ ਜਮਾਤ ਵਿੱਚ ਹਾਜ਼ਰ ਨਹੀਂ ਹੁੰਦੇ। ਉਹਨਾਂ ਦੇ ਦਿਮਾਗ ਵਿੱਚ ਕੁਝ ਹੋਰ ਹੀ ਵਿਚਾਰ ਚੱਲਦੇ ਰਹਿੰਦੇ ਹਨ। ਕਈ ਵਾਰ ਉਹ ਆਪਣੇ ਆਪ ਨੂੰ ਕਿਸੇ ਖੇਡ ਦੇ ਮੈਦਾਨ ਵਿੱਚ ਜਾਂ ਕਿਤੇ ਹੋਰ ਮਹਿਸੂਸ ਕਰ ਰਹੇ ਹੁੰਦੇ ਹਨ। ਇਸ ਕਰਕੇ ਅਧਿਆਪਕ ਦਾ ਪੜ੍ਹਾਇਆ ਜਾਂਦਾ ਕੁਝ ਵੀ ਉਹਨਾਂ ਨੂੰ ਸਮਝ ਨਹੀਂ ਆਉਂਦਾ, ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਇਹੋ ਹੀ ਹਾਲ ਲਿਖਦੇ ਸਮੇਂ ਹੁੰਦਾ ਹੈ। ਬੱਚੇ ਕਿਤਾਬ ਜਾਂ ਬਲੈਕ ਬੋਰਡ ਤੋਂ ਵੇਖ ਕੇ ਵੀ ਗਲਤ ਲਿਖਦੇ ਹਨ, ਕਿਉਂਕਿ ਉਹ ਇਸ ਚੀਜ਼ ਦਾ ਧਿਆਨ ਹੀ ਨਹੀਂ ਰੱਖਦੇ ਹਨ ਕਿ ਉਹ ਕਿਹੜੇ ਸ਼ਬਦ ਲਿਖ ਰਹੇ ਹਨ। ਲਿਖਦੇ ਸਮੇਂ ਉਹ ਕਦੇ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਾਂ ਕਰ ਰਹੇ ਹੁੰਦੇ ਹਨ ਜਾਂ ਕੁਝ ਹੋਰ ਸੋਚ ਰਹੇ ਹੁੰਦੇ ਹਨ, ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਲਿਖਤੀ ਕੰਮ ਕਰਦੇ ਹੋਏ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ। ਜੇਕਰ ਉਹ ਲਿਖਤੀ ਕੰਮ ਕਰਦੇ ਸਮੇਂ ਆਪਣਾ ਧਿਆਨ ਉਸੇ ਕੰਮ 'ਤੇ ਕੇਂਦਰਿਤ ਕਰਨ ਅਤੇ ਲਿਖਦੇ ਸਮੇਂ ਨਾਲ ਨਾਲ ਸ਼ਬਦਾਂ ਨੂੰ ਪੜ੍ਹਦੇ ਜਾਣ ਤਾਂ ਕਦੇ ਵੀ ਗਲਤੀ ਨਹੀਂ ਹੁੰਦੀ।
ਸੋ ਬੱਚਿਓ, ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਤੁਸੀਂ ਕੋਈ ਪੁਸਤਕ ਪੜ੍ਹਦੇ ਹੋ ਤਾਂ ਉਸਦੇ ਪੰਨੇ ਪੜ੍ਹਨ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਹੁੰਦਾ ਕਿ ਤੁਸੀਂ ਕੀ ਪੜ੍ਹਿਆ ਹੈ, ਕਿਉਂਕਿ ਉਸ ਸਮੇਂ ਤੁਹਾਡਾ ਮਨ ਇਕਾਗਰ ਨਹੀਂ ਹੁੰਦਾ, ਮਨ ਹੋਰ ਕਿਤੇ ਭਟਕਦਾ ਰਹਿੰਦਾ ਹੈ। ਇਸੇ ਕਰਕੇ ਹੀ ਯਾਦ ਨਹੀਂ ਰਹਿੰਦਾ ਕਿ ਤੁਸੀਂ ਕੀ ਪੜ੍ਹਿਆ ਹੈ। ਸੋ ਬੱਚਿਓ, ਇਸ ਲਈ ਇਕਾਗਰਤਾ ਦੀ ਕਮੀ ਹੀ ਵਿਦਿਆਰਥੀਆਂ ਦੇ ਢਿੱਲੇ ਹੋਣ ਦਾ ਮੁੱਖ ਕਾਰਨ ਹੈ। ਜਦ ਅਧਿਆਪਕ ਜਮਾਤ ਵਿੱਚ ਪੜ੍ਹਾ ਰਹੇ ਹੋਣ ਤਾਂ ਧਿਆਨ ਨਾਲ ਸੁਣਿਆ ਜਾਏ ਅਤੇ ਨਾਲੋਂ ਨਾਲ ਸਮਝਿਆ ਵੀ ਜਾਏ। ਜਿਸ ਚੀਜ਼ ਦੀ ਸਮਝ ਨਹੀਂ ਲੱਗੀ ਉਸ ਬਾਰੇ ਦੁਬਾਰਾ ਪੁੱਛ ਕੇ ਪੂਰਾ ਧਿਆਨ ਕੇਂਦਰਿਤ ਕਰਕੇ ਸਮਝਿਆ ਜਾਏ। ਕਈ ਵਿਦਿਆਰਥੀ ਤੇ ਵਿਦਿਆਰਥਣਾਂ ਝਿਜਕਦੇ ਹੋਣ ਕਾਰਨ ਅਧਿਆਪਕ ਤੋਂ ਪੁੱਛਣ ਦੀ ਹਿੰਮਤ ਹੀ ਨਹੀਂ ਕਰਦੇ। ਝਿਜਕਣ ਦਾ ਅਰਥ ਹੈ ਹੈਜ਼ੀਟੇਸ਼ਨ ਦੇ ਕਰਕੇ ਉਹ ਅਧਿਆਪਕ ਤੋਂ ਨਹੀਂ ਪੁੱਛਦੇ ਤੇ ਜਿਸ ਕਰਕੇ ਉਹਨਾਂ ਦੇ ਸਵਾਲ ਅਧੂਰੇ ਰਹਿ ਜਾਂਦੇ ਨੇ। ਯਾਦ ਰੱਖੋ, ਅਧਿਆਪਕ ਤੁਹਾਡੀ ਮਦਦ ਲਈ ਹਨ। ਉਹਨਾਂ ਤੋਂ ਪੁੱਛ ਕੇ ਆਪਣੀਆਂ ਔਂਕੜਾਂ ਭਾਵ ਮੁਸ਼ਕਲਾਂ ਨੂੰ ਤੁਸੀਂ ਨਾਲੋਂ ਨਾਲ ਸਰਲ ਕਰਦੇ ਜਾਓ, ਨਹੀਂ ਤਾਂ ਅੱਗੇ ਜਾ ਕੇ ਮੁਸ਼ਕਲ ਬਣੇਗੀ। ਕਈ ਵਿਦਿਆਰਥੀਆਂ ਨੂੰ ਉੱਚੀ ਬੋਲ ਕੇ ਪੜ੍ਹਨ ਦੀ ਆਦਤ ਪੈ ਜਾਂਦੀ ਹੈ। ਉਹ ਚੁੱਪਚਾਪ ਬੈਠ ਕੇ ਪੜ੍ਹ ਨਹੀਂ ਸਕਦੇ। ਅਜਿਹੇ ਵਿਦਿਆਰਥੀ ਜਿੱਥੇ ਉੱਚੀ ਉੱਚੀ ਪੜ੍ਹ ਕੇ ਆਪਣੀ ਸ਼ਕਤੀ ਅਜਾਈਂ ਨਸ਼ਟ ਕਰਦੇ ਹਨ, ਉੱਥੇ ਹੀ ਲਾਗੇ ਬੈਠੇ ਹੋਰ ਬੱਚਿਆਂ ਦੇ ਵੀ ਕੰਨ ਹੀ ਖਾ ਜਾਂਦੇ ਹਨ। ਇਸੇ ਤਰ੍ਹਾਂ ਕਈ ਵਿਦਿਆਰਥੀਆਂ ਨੂੰ ਸਬਕ ਯਾਦ ਕਰਦੇ ਹੋਏ ਘੋਟਾ ਲਾਉਣ ਦੀ ਆਦਤ ਹੁੰਦੀ ਹੈ, ਭਾਵ ਉਹ ਰੱਟਾ ਲਗਾ ਕੇ ਪੜ੍ਹਦੇ ਹਨ। ਭਾਵੇਂ ਸਮਝ ਕੁਝ ਵੀ ਨਾ ਆਵੇ, ਬਸ ਤੋਤੇ ਵਾਂਗ ਰੱਟਾ ਲਾਉਣਾ ਉਹਨਾਂ ਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਅਜਿਹੀਆਂ ਆਦਤਾਂ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਇਸ ਕਰਕੇ ਪਿਆਰੇ ਬੱਚਿਓ, ਜਦੋਂ ਵੀ ਪੜ੍ਹੋ ਦਿਲ ਲਾ ਕੇ ਪੜ੍ਹੋ, ਧਿਆਨ ਇਕਾਗਰ ਕਰਕੇ ਪੂਰੀ ਤਰ੍ਹਾਂ ਸਮਝ ਕੇ ਪੜ੍ਹੋ। ਪੜ੍ਹੇ ਹੋਏ ਵਿਚਾਰਾਂ ਨੂੰ 1 2 3 4 ਆਦਿ ਲੜੀਵਾਰ ਪਰੋਵੋ, ਭਾਵ ਕਿ ਪੜ੍ਹੇ ਹੋਏ ਵਿਚਾਰਾਂ ਨੂੰ ਤੁਸੀਂ ਸੀਕੁਐਂਸ ਵਾਈਜ਼ ਉਹਨਾਂ ਨੂੰ ਆਪਣੇ ਦਿਮਾਗ ਵਿੱਚ ਰੱਖੋ। ਵਿਚਾਰਾਂ ਨੂੰ ਲੜੀਵਾਰ ਦਿਮਾਗ ਵਿੱਚ ਬਿਠਾਓ ਤੇ ਦੁਹਰਾਓ। ਜਦੋਂ ਤੁਸੀਂ ਇਹਨਾਂ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਰੱਖੋਗੇ ਤੇ ਫਿਰ ਉਹਨਾਂ ਨੂੰ ਰਿਵਾਈਜ਼ ਕਰੋ। ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਪੂਰਾ ਕਰਨ ਲਈ ਇਕਾਗਰ ਚਿੱਤ ਹੋ ਕੇ ਮਿਹਨਤ ਕਰੋ। ਸੋ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਇਸ ਪਾਠ ਦੀ ਪੂਰੀ ਸਮਝ ਆ ਗਈ ਹੋਏਗੀ। ਇਸੇ ਦੇ ਨਾਲ ਹੀ ਮੈਂ ਆਪ ਸਭ ਦਾ ਧੰਨਵਾਦ ਕਰਦੀ ਹਾਂ।